बिस्मिल्लाहिर्रहमानिर्रहीम, अस्सलाम वालेकुम नाज़रीन, मैं हूं आपका मेज़बान वसी शाह और आप देख रहे हैं सियासी थिएटर। नाज़रीन गिरामी, आपको खान साहिबान के घर लिए चलते हैं जहां सुर भी है और सियासत भी। हाँ जी, साथ में फाका भी। नहीं तो आपके हालात बेहतर नहीं हुए, 6 माह तो गुजर गए हैं, कोई फंक्शन आना शुरू नहीं हुए? फंक्शन कितों होने शाह जी? एक फंक्शन का 5000 रुपया साडे वाले एडवांस आया सी। अच्छा। 95,000 ਉਹਨਾਂ ਕੋਲ ਬਕਾਇਆ ਲੈਣਾ ਜੀ, ਲੱਖ ਰੁਪਏ 'ਚ ਗੱਲ ਹੋਈ ਸੀ। ਫਿਰ ਉਹਨਾਂ ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਜੀ ਤੁਹਾਡੇ ਬੱਚੇ ਦਾ ਵਿਆਹ ਸੀ, ਕਦੋਂ ਆਈਏ? ਉਹ ਕਹਿੰਦੇ ਭਾਈ ਵਿਆਹ ਨਹੀਂ ਹੋਣਾ, ਕੁੜੀ ਮੁੰਡਾ ਯੂ ਟਰਨ ਲੈ ਗਏ ਨੇ। ਅੱਲਾ ਦਾ ਸ਼ੁਕਰ ਹੈ ਦੋਵਾਂ ਨੇ ਇਕੱਠਿਆਂ ਨੇ ਯੂ ਟਰਨ ਲਿਆ। ਜੇ ਕੁੜੀ ਕੱਲੀ ਯੂ ਟਰਨ ਲੈਂਦੀ ਮੁੰਡੇ ਨੇ ਤੇ ਵਿਚਾਰੇ ਨੇ ਕੰਧਾਂ 'ਚ ਵੱਜਦੇ ਫਿਰਨਾ ਸੀ। ਉਹ ਮੁੰਡਾ ਕੰਧ 'ਚ ਵੱਜਣ ਲੱਗਾ ਸੀ, ਉਹ ਤੋਂ ਕੰਧ ਵੀ ਯੂ ਟਰਨ ਲੈ ਗਈ। ਮੁੰਡਾ ਸਿੱਧਾ ਹੀ ਨਿਕਲ ਗਿਆ। खड़ा है अब इमरान, ठीक करेगा सब कप्तान, नया बनेगा पाकिस्तान, नया बनेगा पाकिस्तान, नया बनेगा पाकिस्तान। डट के खड़ा है अब इमरान, नया बनेगा पाकिस्तान। ਦੇਖੋ ਵਿਚਾਰੇ ਦਾ 6 ਮਹੀਨੇ 'ਚ ਮੂੰਹ ਵੀ ਕਾਲਾ ਹੋ ਗਿਆ, ਫੇਰ ਵੀ ਨੱਚੀ ਜਾਣ ਡੇ ਆ। ਓਏ ਫਾਕਿਆਂ ਦੇ ਮਾਰਿਓ, ਓਏ ਤੁਹਾਨੂੰ ਪਤਾ ਕਿ ਸਾਡਾ ਲੀਡਰ ਇਮਰਾਨ ਖਾਨ ਇਸ ਕੌਮ ਵਾਸਤੇ, ਇਸ ਮੁਲਕ ਵਾਸਤੇ ਕਿੰਨੀ ਜੱਦੋ ਜਹਿਦ ਕਰਨ ਡਿਆ। ਵੀ ਕੀ ਕਰਨ ਡਿਆ? ਕੀ ਨਹੀਂ ਕਰਨ ਡਿਆ ਸਾਡੇ ਖਾਨ ਸਾਹਿਬ? ਹਾਏ, ਜੋ ਉਹਨਾਂ ਨੇ ਕਿਹਾ ਸੀ ਨਾ ਉਹ ਨਹੀਂ ਕਰਨ ਡੇ। ਓਏ ਹੋਰ ਕੀ ਕਰਨ ਖਾਨ ਸਾਹਿਬ ਇਸ ਮੁਲਕ ਲਈ? ਜਿਹੜੀ ਜੁੱਤੀ ਪਾ ਕੇ ਬਣੀ ਗਾਲਾ ਫਿਰਦੇ ਨੇ, ਉਹੀ ਜੁੱਤੀ ਪਾ ਕੇ ਬਰੂਨੇ ਮੁਲਕ ਦੌਰਿਆਂ ਤੇ ਜਾਂਦੇ ਨੇ। ਸ਼ਾਹ ਜੀ ਤੁਸੀਂ ਆਪ ਦੱਸੋ, ਵਾਸ਼ਰੂਮ ਵਾਲੀ ਚੱਪਲ ਪਾਈ ਹੋਵੇ ਤੇ ਕੋਈ ਕਰਜ਼ਾ ਦਿੰਦਾ ਹੈ? ਓਏ ਨਾਨ ਪੋਲੀਟੀਕਲ ਲੋਗੋ, ਓਏ ਉਹ ਚੱਪਲ ਵਿਖਾ ਕੇ ਤੇ ਕਰਜ਼ਾ ਲਈਦਾ ਕਿ ਵੇਖੋ ਯਾਰ ਸਾਡਾ ਕੀ ਹਾਲ ਹੋ ਗਿਆ। ਮੈਂ ਇੱਕ ਵਾਰੀ ਖਾਨ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਖਾਨ ਸਾਹਿਬ ਇਹ ਜਿਹੜੀ ਤੁਸੀਂ ਚੱਪਲ ਪਾਈ ਏ, ਇਹ ਕਿੰਨੀ ਵਾਰੀ ਗੰਢਾਈ? ਕਹਿੰਦੇ 8-9 ਵਾਰੀ। ਹੁਣ ਤੇ ਉਹਨਾਂ ਨੂੰ ਮੋਚੀ ਕਹਿਣ ਲੱਗੇ, ਜੇ ਤੁਸੀਂ ਨਵੀਂ ਨਹੀਂ ਲੈਣੀ ਤੇ ਅਸੀਂ ਲੈ ਦਿੰਨੇ ਆ ਜਨਾਬ। ਇੱਕ ਬੰਦੇ ਨੂੰ ਖਾਨ ਸਾਹਿਬ ਨੇ ਪੁੱਛਿਆ, ਖਾਨ ਸਾਹਿਬ ਚੱਪਲ ਕਿੰਨੇ ਦੀ? ਕਹਿੰਦੇ ਇਹ 17,000 ਕੀ ਹੈ। ਕਹਿੰਦੇ ਨਹੀਂ ਖਾਨ ਸਾਹਿਬ, ਤੁਸੀਂ ਲਈ 2000 ਦੀ ਸੀ, ਗੰਢਾ ਕੇ 17,000 ਦੀ ਹੋ ਗਈ। ਸ਼ਾਹ ਜੀ ਪਸ਼ਾਵਰੀ ਚੱਪਲ ਤੇ ਖਾਨ ਸਾਹਿਬ ਨੂੰ ਤੁਹਾਨੂੰ ਪਤਾ ਪਸੰਦ ਹੀ ਬਹੁਤ ਹੈ। 92 ਦੇ ਵਰਲਡ ਕੱਪ ਦੇ ਵਿੱਚ ਜਨਾਬ ਕਿੱਟ ਦੇ ਥੱਲੇ ਉਹ ਚੱਪਲ ਪਾ ਕੇ ਗਰਾਊਂਡ 'ਚ ਆ ਗਏ। ਉਹ ਤੇ ਜਵੇਦ ਮੀਆਂਦਾਦ ਸਾਹਿਬ ਨੇ ਫੜਿਆ, ਉਹਨੇ ਕਿਹਾ ਮੈਚ ਖੇਡਣਾ ਭਾਈ, ਅਨਾਮੁੱਲਾ ਨਿਆਜ਼ੀ ਦੇ ਵਿਆਹ ਤੇ ਨਹੀਂ ਜਾਣਾ। ਸ਼ਾਹ ਜੀ ਉਹੀ 92 ਵਾਲੀ ਚੱਪਲ ਜਦੋਂ ਵਜ਼ੀਰ ਆਜ਼ਮ ਬਣੇ ਨੇ ਸੁੱਟੀ ਨਹੀਂ। ਨਹੀਂ ਨਾਇਬ ਵਾਲੇ ਨੂੰ ਦੇਤੀ, ਕਹਿੰਦਾ ਬੰਦੇ ਘੁੱਟੋ। ਉਹ ਨਹੀਂ ਭਾਈ ਜੀ, ਉਹਨਾਂ ਨੂੰ ਵੀ ਨਹੀਂ ਦਿੱਤੀ, ਇੱਕ ਟਰੱਕ ਵਾਲੇ ਨੂੰ ਗਿਫਟ ਕਰਦੀ ਕਿ ਅੱਗੇ ਬੰਨ ਲੈ ਤੈਨੂੰ ਨਜ਼ਰ ਨਹੀਂ ਲੱਗੇਗੀ। और जुत्ती ते एहतियातन लिख देता सी कि ट्रक से उतार कर पहनने वाले का मुंह काला। ਉਹ ਜਿੱਦਣ ਖਾਨ ਸਾਹਿਬ ਨੇ ਜੁੱਤੀ ਬੰਨੀ ਹੈ, ਉਹ ਪਹਿਲੇ ਦਿਨ ਹੀ ਟਰੱਕ ਵੱਜ ਗਿਆ। ਉਹਨੇ ਕਿਹਾ ਖਾਨ ਸਾਹਿਬ ਨਜ਼ਰ ਤਾਂ ਨਹੀਂ ਲੱਗੀ, ਟਰੱਕ ਲੱਗ ਗਿਆ। ਅੱਛਾ ਵੀ ਗੁਰਬਤ ਦੇ ਮਾਰਿਓ ਗੱਲ ਸੁਣੋ ਭਾਈਜਾਨ ਕੋ ਪਲਾਨ ਦੱਸੋ, ਗੱਲਾਂ ਤਾਂ ਤੁਹਾਡੀਆਂ ਅਸੀਂ 6 ਮਹੀਨਿਆਂ ਤੋਂ ਸੁਣਨ ਡਏ ਆ। ਇਹ ਗੱਲ ਹੋਈ ਨਾ, ਪਲਾਨ ਸਾਡਾ ਇਹ ਵੇ ਕਿ ਤੁਸੀਂ ਹਕੂਮਤ ਵਾਸਤੇ ਇੱਕ ਐਸਾ ਗਾਣਾ ਤਿਆਰ ਕਰੋ ਜਿਹਨੂੰ ਸੁਣ ਕੇ ਆਵਾਮ ਦੇ ਦਿਲ ਦੇ ਵਿੱਚ ਇਮਰਾਨ ਖਾਨ ਵਾਸਤੇ ਹੋਰ ਮੁਹੱਬਤ ਜਾਗੇ। ਯਾਨੀ ਉਹਦੇ ਦੁਆਇਆ ਕਲਮਾਤ ਹੈ। ਅੱਲਾ ਖੈਰ ਕਰੇ, ਹਕੂਮਤ ਕਿਤੇ ਜਾ ਰਹੀ ਹੈ? ਕਿਤੇ ਵੀ ਨਹੀਂ। ਜਿਹੜੇ 5-6 ਇਤਿਹਾਦੀ ਨੇ ਸਾਡੇ ਨਾਲ ਨੇ। ਅੱਛਾ ਵੀ ਗੱਲ ਇਹ ਵੇ, ਤੁਸੀਂ ਮੂੰਹ ਉੱਧਰ ਰੱਖ ਕੇ ਵੀ ਗੱਲ ਦੱਸੋ ਨਾ, ਮੈਨੂੰ ਸਮਝ ਆ ਰਹੀ ਹੈ। ਮੂੰਹ ਉੱਧਰ ਰੱਖ ਕੇ ਕਿਵੇਂ ਆਪਣੀ ਗੱਲ ਬਿਆਨ ਕੀਤੀ ਜਾ ਸਕਦੀ? ਓਹ ਪੈਸੇ ਤੁਹਾਡੇ ਕੋਲ ਨੇ, ਹੁਣ ਮੂੰਹ ਭਾਵੇਂ ਮੈਨੂੰ ਫੜਾ ਦਿਓ। ਜੀਓ ਵੀਰੇ। ਵਾਹ ਜੀ ਵਾਹ। ਚਲੋ ਰਹਿਣ ਦਿਓ। ਇਹ ਫੜੋ 20,000 ਰੁਪਇਆ। ਜੀ ਜੀ। 30,000 ਰੁਪਇਆ ਤੁਹਾਨੂੰ ਗਾਣਾ ਤਿਆਰ ਹੋਣ ਤੋਂ ਬਾਅਦ ਮਿਲੇਗਾ। ਲੇਕਿਨ ਗੱਲ ਇੱਕ ਯਾਦ ਰੱਖਣਾ ਜੀ, ਗਾਣਾ ਇੰਜ ਦਾ ਹੋਣਾ ਚਾਹੀਦਾ ਹੈ ਕਿ ਖਾਨ ਸਾਹਿਬ ਦੀ ਮਕਬੂਲੀਅਤ 51% ਤੋਂ ਵੱਧ ਕੇ 151% ਹੋ ਜਾਵੇ। ਔਰ ਗਾਣਾ ਅਗਰ ਅੱਛਾ ਹੋਇਆ ਤਾਂ ਤੁਹਾਨੂੰ ਇਨਾਮ ਵੀ ਮਿਲੇਗਾ, ਨਹੀਂ ਤਾਂ ਮਕਾਨ ਤਾਂ ਤੁਹਾਡਾ ਢਹਿ ਜਾਣਾ। अस्सलाम वालेकुम उस्ताद जी। ਉਹ ਵਗ ਗਿਆ ਤੂੰ ਸੀ, ਉਹ ਸਾਨੂੰ ਡਰਾ ਹੀ ਦਿੱਤਾ ਹੀ ਯਾਰ। उस्ताद जी, तो मैं ਤੁਹਾਡੇ ਬੂਹੇ ਤੇ ਅੱਪੜ ਕੇ ਜ਼ਰਾ ਸਲਾਮੀ ਦਿੱਤੀ। ਉਹ ਭਾਈ ਇੱਕ ਤੇ ਅਸੀਂ ਗਰੀਬ ਆ, ਉਹ ਤੋਂ ਛੱਤ 'ਚ ਮੋਰੀਆਂ ਕਰ ਸੁੱਟੀਆਂ ਨੇ। ਸ਼ੁਕਰ ਕਰ ਨੱਜਿਆ, ਉਹਨੇ ਸਲਾਮੀ ਸਿੱਧੀ ਨਹੀਂ ਕਰਤੀ। ਗਰ
जिन्नी गुरबत च असीं गुजारा करें सानू 21 तोपां दी सलामी दिओ। ਰੱਖ ਮਠਿਆਈ ਇੱਥੇ। ਓਏ ਉਸਤਾਦ ਜੀ, ਇਹ ਮਠਿਆਈ ਮੈਂ ਸਿਰ ਤੇ ਖਲੋ ਕੇ ਕਢਾਈ ਹੈ। ਇਹ ਖੂਹ 'ਚ ਡਿੱਗੀ ਸੀ? ਓ ਨਹੀਂ ਉਸਤਾਦ ਜੀ, ਤੁਹਾਡੀਆਂ ਉਹੀ ਗੱਲਾਂ ਫੇ ਮਖੌਲ ਆ। ਪੁੱਤਰ ਇਹਨੂੰ ਇੱਥੋਂ ਚੁੱਕ ਲੈ। ਮੰਨਿਆ ਦੋਵੇਂ ਚੀਜ਼ਾਂ ਵੱਜਦੀਆਂ ਨੇ, ਲੇਕਿਨ ਇਹਦੇ ਵੱਜਣ ਨਾਲ ਪੈਸੇ ਹੁੰਦੇ ਨੇ, ਇਹਦੇ ਵੱਜਣ ਨਾਲ ਪਰਚੇ ਹੁੰਦੇ ਨੇ। ਆ ਪਰਚੇ ਭੁਗਤ ਲੈ ਉਸਤਾਦ ਤੇਰੇ ਸ਼ਾਗਿਰਦ ਨੇ। ਹਾਂਜੀ, ਕਿਤੇ ਅੱਲਾ ਕਰਦਾ ਉਸਤਾਦ ਮੇਰੇ ਨਾਲ ਜੇਲ੍ਹ 'ਚ ਹੁੰਦਾ ਨਾ ਤੇ ਮੈਂ ਗਾਣਾ ਸਿੱਖ ਕੇ ਜੇਲ੍ਹੋਂ ਨਿਕਲਣਾ। ਬਹੁਤ ਅੱਛੇ ਪੁੱਤਰ, ਜੇਲੋਂ ਨਿਕਲ ਕੇ ਬੰਦਾ ਮਾਂ ਪਿਓ ਨੂੰ ਮਿਲਣ ਜਾਂਦਾ ਹੈ, ਤੂੰ ਸਿੱਧਾ ਮੇਰੇ ਵੱਲ ਹੀ ਆ ਗਿਆ। ਉਸਤਾਦ ਜੀ ਆ ਲੱਖ ਰੱਖੋ। ਹਾਏ ਅੱਲਾ, ਖਾਨ ਸਾਹਿਬ ਸਹੀ ਕਹਿੰਦੇ ਸੀ ਮੰਜ਼ਿਲ ਕਰੀਬ ਹੈ। ਉਹ ਤੇ ਮੈਂ ਉਸਤਾਦ ਉਹਨਾਂ ਨੂੰ 2 ਲੱਖ ਦੇਣਾ ਸੀ, ਇਹ ਪੈਟਰੋਲ ਪੰਪ ਵਾਲੇ ਕੋ ਨਿਕਲੇ ਹੀ ਲੱਖ। ਕੀ ਮਤਲਬ ਵੀਰੇ? ਉਹ ਜਦੋਂ ਮੈਂ ਪੈਟਰੋਲ ਪੰਪ ਵਾਲੇ ਕੋ ਖੋਇਆ ਉਹਨਾਂ ਕੋ ਹੈ ਹੀ ਲੱਖ ਸੀ। ਮੈਂ ਕਿਹਾ ਪੁੱਤਰ ਪੈਸੇ ਤੂੰ ਕੋਲ ਰੱਖ ਲੈ, ਮੰਜ਼ਿਲ ਕਰੀਬ ਹੈ ਤੇ ਕੋਟ ਲੱਖਪਤ ਉਸ ਤੋਂ ਵੀ ਕਰੀਬ ਹੈ। ਓਏ ਉਸਤਾਦ ਜੀ ਪੈਸੇ ਰੱਖੋ, ਉਹ ਪਰਚੇ ਅਸੀਂ ਕੱਟਾਂਗੇ। ਹਾਂਜੀ, ਪਰਚੇ ਮੈਂ ਕੱਟਣ ਲਈ ਬੈਠਾ ਹੀ ਇੱਥੇ। ਮੈਂ ਕਹਿੰਦਾ ਗਾਣਾ ਬਣਾ ਦੇ ਕਿ ਵੈਰੀਆਂ ਵੈਰ ਕਮਾਇਆ ਤੇ ਬਾਗਾ ਜੇਲ੍ਹ ਫੜਵਾਇਆ। ਵਾਹ ਜੀ। ਤੇ ਅਸੀਂ ਕੀ ਜਵਾਬ ਦੇਾਂਗੇ ਜੇ ਸਾਨੂੰ ਕਿਸੇ ਨੇ ਪੁੱਛ ਲਿਆ ਵੀ ਤੁਹਾਨੂੰ ਲੱਖ ਕਿਹਨੇ ਫੜਾਇਆ? ਉਸਤਾਦ ਹਾਂਜੀ ਬਈ ਬੜੀ ਮਾੜੀ ਗੱਲ ਕੀਤੀ। ਨਹੀਂ ਮੈਂ ਕਹਿੰਦਾ ਵੀ ਪੁਲਿਸ ਵਾਲੇ ਤੇਰੀ ਖੱਲ ਲਾ ਦੇਣਾ, ਪਰ ਪੁਲਿਸ ਵਾਲੇ ਕਿ ਇਹ ਨਾ ਮੰਨੀ ਕਿ ਇਹ ਲੱਖ ਤੈਨੂੰ ਬਾਗੇ ਨੇ ਦਿੱਤਾ। ਉਸਤਾਦ ਜੀ ਆ ਗਾਣਾ ਬਣਾ ਮੇਰਾ ਚੰਗਾ, ਠੀਕ ਹੈ ਨਾ? ਵੈਰੀਆਂ ਵੈਰ ਕਮਾਇਆ, ਉਹ ਬਾਗਾ ਜੇਲ੍ਹ ਫੜਾਇਆ, ਤੇ ਮੈਂ ਫਿਰ ਆ ਕੇ ਤੁਹਾਡੇ ਕੋਲ ਸੁਣ ਲਾਂਗਾ, ਠੀਕ ਆ? ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਾਂ। ਅੱਛਾ। ਆ ਮੈਂ ਜਦੋਂ ਨਿਕਲਿਆ ਨਾ ਆਪਣੇ ਪਿੰਡੋਂ ਤੇ ਵੈਰੀਆਂ ਮੇਰੇ ਤੇ ਕੀਤੀ ਫਾਇਰਿੰਗ, ਫਿਰ ਉਤਰਿਆ ਬਾਗਾ ਜੜ ਥੱਲੇ, ਫਿਰ ਅੱਗੋਂ ਮੈਂ ਵੀ ਫਾਇਰਿੰਗ ਕੀਤੀ। ਨੱਸ ਗਏ, ਕੋਈ ਸ਼ੈ ਨਜ਼ਰ ਨਹੀਂ ਆਈ, ਪਰ ਮੈਂ ਉੱਥੇ ਖਲੋ ਕੇ ਕਹਿ ਕੇ ਮੈਂ ਕਿਹਾ ਵੈਰੀਓ ਮੈਂ ਚੱਲਾਂ ਜੇ ਖਾਨ ਸਾਹਿਬਾਂ ਦੇ ਘਰ, ਇੰਨੇ ਜੋਗੇ ਤੇ ਮੇਰੇ ਪਿੱਛੇ ਜ਼ਰੂਰ ਆਇਆ। ਤੇ ਘਬਰਾਣਾ ਨਾ ਤੁਸੀਂ ਬਈ, ਜੇ ਕੋਈ ਵੈਰੀ ਆ ਗਏ ਨਾ ਤੇ ਬਸ ਇੱਕ ਟੱਲੀ ਮਾਰਨੀ ਤੁਸੀਂ ਮੈਨੂੰ, ਤੇ ਫਿਰ ਬਾਗੇ ਜੜਦੀਆਂ ਪਹੁੰਚਣੀਆਂ ਦੇਖਣਾ। ਤੇ ਪੁੱਤਰ ਆਪਣਾ ਫੋਨ ਆਨ ਹੀ ਰੱਖੀ। ਸਾਡੇ ਕਦੀ ਫੋਨ ਬੰਦ ਹੋਏ ਆ? ਉਹ ਮੁੰਡਿਆ ਹਾਂਜੀ ਦੇ ਉਸਤਾਦਾਂ ਨੂੰ ਸਲਾਮੀ ਤੇ ਚੱਲੀਏ। ਓਏ ਨਹੀਂ ਓਏ ਬਸ ਠੀਕ ਹੈ, ਚੱਲ। ਹਾਂ ਠੀਕ ਹੈ। अस्सलाम वालेकुम। ਵਾਲੇਕੁਮ अस्सलाम ਜੀ। ਬਈ ਦੋਸਤੋ, ਜਿਹੜਾ ਗਾਣਾ ਤੁਸੀਂ ਤਿਆਰ ਕੀਤਾ ਹੈ ਹਾਂਜੀ ਹਾਂਜੀ ਉਹਦੇ ਚ ਗਰੀਬ ਦੇ ਦਿਲ ਦੀ ਆਵਾਜ਼ ਹੈ ਨਾ? ਹਾਂਜੀ ਬਿਲकुल। सी पैक ਦਾ ਜ਼ਿਕਰ ਹੈ ਨਾ? ਹਾਂਜੀ। ਅੱਛਾ ਵੀ ਇਹ ਸਾਊਦੀਆ ਤੋਂ, UAE ਤੋਂ ਔਰ ਕਤਰ ਤੋਂ ਜਿਹੜੇ ਅਰਬਾਂ ਡਾਲਰ ਆਏ ਨੇ ਉਹਨਾਂ ਦਾ ਜ਼ਿਕਰ ਹੈ ਨਾ? ਹਾਂਜੀ, ਜਿਹਨਾਂ ਅਰਬੀਆਂ ਨੇ ਪੈਸੇ ਦਿੱਤੇ ਨੇ ਉਹਨਾਂ ਦੇ ਨਾਂ ਵੀ ਨੇ ਵਿੱਚ। ਓਏ ਉਹਨਾਂ ਦਾ ਨਾਂ ਨਹੀਂ, ਖਾਨ ਸਾਹਿਬ ਦਾ ਨਾਂ ਹੋਣਾ ਚਾਹੀਦਾ ਏ। ਖਾਨ ਸਾਹਿਬ ਦਾ ਨਾਂ ਲੈਣ ਦੀ ਲੋੜ ਨਹੀਂ ਜਨਾਬ, ਮੰਗਣ ਵਾਲੇ ਦਾ ਨਾਂ ਸਾਰਿਆਂ ਨੂੰ ਯਾਦ ਹੁੰਦਾ ਹੈ। ਉਹ ਮਨੂਸੋ ਤੁਹਾਡੇ ਵਾਸਤੇ ਮੰਗਣ ਡਿਆ, ਉਹਨੇ ਕਿਹੜਾ ਨਵਾਂ ਸੂਟ ਸਵਾਉਣਾ? ਇਹ ਬਾਤ ਤਾਂ ਠੀਕ ਹੈ ਯਾਰ। ਮਹਿੰਗਾਈ ਦਿੱਤਾ ਸਾਨੂੰ ਮਾਰਵੇ, ਓ ਮਹਿੰਗਾਈ ਦਿੱਤਾ ਸਾਨੂੰ ਮਾਰਵੇ, ਹੋ ਪੀਟੀ ਆਈ ਮਹਿੰਗਾਈ ਦਿੱਤਾ ਸਾਨੂੰ ਮਾਰਵੇ, ਓ ਮਹਿੰਗਾਈ ਦਿੱਤਾ ਸਾਨੂੰ ਮਾਰਵੇ, ਚਾਵਾਂ ਨਾਲ ਦਿੱਤਾ ਸੀ, ਚਾਵਾਂ ਨਾਲ ਦਿੱਤਾ ਸੀ ਉਹ ਵੋਟ ਤੈਨੂੰ ਯਾਰ ਵੇ, ਮਹਿੰਗਾਈ ਦਿੱਤਾ ਸਾਨੂੰ ਮਾਰਵੇ, ਹੋ ਪੀਟੀ ਆਈ ਮਹਿੰਗਾਈ ਦਿੱਤਾ ਸਾਨੂੰ ਮਾਰਵੇ, ਗੈਸ ਤੇ ਬਿਜਲੀ ਨਾ ਸਾਡੇ ਕੋਲੋਂ ਖੋਵੇ, ਘਰਾਂ ਵਿੱਚ ਰਹਿਣ ਦੇ ਥੋੜੀ ਜਿੰਨੀ ਲੋਵੇ, ਆਟਾ ਚੀਨੀ ਦਾਲ ਵੀ ਮਹਿੰਗੀ, ਫੋਨ ਵੀ ਮਹਿੰਗਾ, ਕਾਲ ਵੀ ਮਹਿੰਗੀ, ਗੈਸ ਤੇ ਬਿਜਲੀ ਨਾ ਸਾਡੇ ਕੋਲੋਂ ਖੋਵੇ, ਘਰਾਂ ਵਿੱਚ ਰਹਿਣ ਦੇ ਥੋੜੀ ਜਿੰਨੀ ਲੋਵੇ, ਤੇਰੇ ਹੱਥ ਦੇਸ ਦੀ, ਤੇਰੇ ਹੱਥ ਮੁਲਕ ਦੀ ਦਿੱਤੀ ਸੀ ਮੁਹਾਰ ਵੇ, ਮਹਿੰਗਾਈ ਦਿੱਤਾ ਸਾਨੂੰ ਮਾਰ ਵੇ, ਪੀਟੀ ਆਈ ਮਹਿੰਗਾਈ ਦਿੱਤਾ ਸਾਨੂੰ ਮਾਰ ਵੇ, ਮੰਨਿਆ ਤੂੰ ਕਤਰੋਂ ਵੀ ਡਾਲਰ ਲਿਆਵੇਂਗਾ, ਰੋਟੀ ਦਾ ਇਹ ਦੱਸ ਕਦੋਂ ਰੇਟ ਘਟਾਵੇਂਗਾ, ਘਬਰਾਨਾ ਨਹੀਂ ਮੰਜ਼ਿਲ ਕਰੀਬ ਹੈ, ਮੰਨਿਆ ਤੂੰ ਕਤਰੋਂ ਵੀ ਡਾਲਰ ਲਿਆਵੇਂਗਾ, ਰੋਟੀ ਦਾ ਇਹ ਦੱਸ ਕਦੋਂ ਰੇਟ ਘਟਾਵੇਂਗਾ, ਤੇਰੇ ਵਜ਼ੀਰਾ ਸਾਡਾ, ਤੇਰੇ
तेरे वजीरा साडा सीना दिता साड़ वे महंगाई दिता सानू मार वे ओ महंगाई दिता सानू मार वे हो पीटी आई महंगाई दिता सानू मार वे हो खान साहब महंगाई दिता सानू मार वे ਉਹ ਸੀ ਪੈਕ ਦਾ ਜ਼ਿਕਰ ਤੇ ਕਰੋ कीता जनाब जरा गौर करो अल्लाह जाने कदों तक सी पैक बनेगा उदों तक दस गरीब की करेगा अल्लाह जाने कदों तक सी पैक बनेगा उदों तक दस गरीब की करेगा सैलरी दे नाल दिन सैलरी दे नाल दिन लंघदे नहीं चार वे महंगाई दिता सानू मार वे पीटी आई महंगाई दिता सानू मार वे महंगाई दिता सानू मार वे खान साहब महंगाई दिता सानू मार वे महंगाई दिता सानू मार वे आटा दाल महंगाई दिता सानू मार वे हाय बिजली महंगाई दिता सानू मार वे हाय 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 महंगाई दिता सानू मार वे खान साहब महंगाई दिता सानू मार वे हाय 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 महंगाई दिता सानू मार वे ਉਹ ਬਸ ਕਰ ਦੇ ਆ ਬਸ ਕਰ ਦੇ ਹਾਏ ਦਿਲ ਗੱਲ ਸੁਣ ਲਓ ਮੇਰੀ ਗਾਣਾ ਤੁਸੀਂ ਬਹੁਤ ਅੱਛਾ ਗਾਇਆ मेहरबानी जी ਗਰੀਬ ਦੇ ਦਿਲ ਦੀ ਆਵਾਜ਼ ਵੀ ਹੈ देखो ना जी ਲੇਕਿਨ ਮੇਰੀ ਇਸ ਪਾਰਟੀ ਦੀ ਕੁਝ ਮਜਬੂਰੀਆਂ ਵੀ ਨੇ ओके जी ਮੈਂ ਤੁਹਾਨੂੰ 30,000 ਨਹੀਂ ਦੇ ਰਿਹਾ ਮੈਂ ਤੁਹਾਨੂੰ 1,30,000 ਰੁਪਇਆ ਦੇ ਰਿਹਾ ये तो मतलब गाना ਤੁਹਾਨੂੰ ਪਸੰਦ ਆ ਗਿਆ जी गाना पसंद है लेकिन ये गाना पब्लिक नहीं होना चाहिए नाज़रीन स्टे विद अस कहीं नहीं जाइएगा छोटे से वक्फे के बाद वापस आते हैं प्रोग्राम के अगले मरले में आपके लिए बहुत कुछ है नए सेगमेंट के साथ आते हैं आप देख रहे हैं सियासी थिएटर अच्छा जी ये देख लो सच्ची गल नूं इंज दबाया ਜਾਂਦਾ ਜੇ वेलकम बैक नाज़रीन प्रोग्राम में दोबारा हाजिर खिदमत है जी इकरा साहिबा क्या है नाज़रीन के लिए सेगमेंट में जी शाह जी अब बारी है हमारे बहुत ही इंटरेस्टिंग सेगमेंट की जिसका नाम है ज़रा ढंग से सुनिएगा होगा ये कि हम ऑडियंस में से किसी भी एक के कान में हेडफोन्स लगा देंगे और उसमें लाउड म्यूजिक होगा फिर सखावत साहब ताइर साहब और रुखसाना जी कोई जुमला कहेंगे और वो उसको होंठों की जुम्बिश से बूझेंगे कि वो क्या कह रहे हैं ਇਹੋ ਜੀ ਬੱਚੀ ਨੂੰ ਇੱਕੋ ਗਿਲਾ ਹੁੰਦਾ ਹੈ ਕਿ ਮੈਂ ਦੂਰ ਤੋਂ ਵੀ ਫੋਟੋ ਖਿੱਚਣੀ ਫੇਰ ਵੀ ਮੇਰੇ ਦੰਦ ਵੱਡੇ ਆਉਂਦੇ ਨੇ ਇਹੋ ਜੀ ਬਾਜੀ ਨਾਲ ਦੇ ਨੂੰ ਕਹਿ ਰਹੀ ਹੁੰਦੀ ਤੁਸੀਂ ਪਾਊਟ ਬਣਾਓ ਮੇਰਾ ਬਣਿਆ ਹੀ ਹੈ ਇਹੋ ਜੀ ਬਾਜੀ ਦੁਨੀਆ ਨੂੰ ਕਹਿੰਦੀ ਤੁਸੀਂ ਪਾਊਟ ਬਣਾਓ ਮੇਰਾ अभी शुरू नहीं हुआ अब होगा रुखसाना साहिबा क्या हुए तेरे वादे आज आप क्या कर रहे हैं नहीं खान साहब क्या हुए तेरे वादे आज आप सारों ने क्या किया हमने वॉशिंग मशीन लगाई थी आउट खान साहब क्या हुए तेरे वादे आज आप किस तरह खेल रहे हैं खेला ही नहीं जा रहा 4 महीने से खान साहब क्या हुए तेरे वादे इमरान खान का वादा मिलके रहने का किसके साथ खान साहब क्या हुए तेरे वादे करप्शन का क्या हुआ कुछ भी नहीं हुआ करप्शन की टेंड हो गई है खान साहब क्या हुए तेरे वादे आपने अपने वादों का क्या किया हाँ खान साहब सारे वादों को इमरान मुअत्तल खान कर ने अपने वादों का क्या किया मुअत्तल कर दिए वादे ये पहुंच तो नहीं सकी मगर ये इनके दिल से निकला है ਇਹੋ ਜੀ ਬੱਚੀ ਕਿਸੇ ਦੇ ਨਾਲ ਖਲੋ ਕੇ ਉਹਦੀ ਚਾਹ ਪੀ ਜਾਂਦੀ वो कैसे जी ताहिर साहब जरा ढंग से सुनिएगा बुजदार मेरा हीरो है आवाज नहीं आ रही अभी आ जाते हैं बुजदार मेरा हीरो है मैं बहुत अच्छी हूँ ये आपको किसने कहा बुजदार मेरा हीरो है हीरो 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 बुजदार मेरा हीरो है
यार ये तो कुछ और समझ लेना उन्हें। बुज़दार मेरा हीरो है। उस्ताद मेरा हीरो है। तकरीबन पहुंच गई है जी। ਇਸ ਤਰ੍ਹਾਂ ਦੀ ਬਾਜੀ ਦਾ ਆਪਣੇ ਖਾਵਨ ਨਾਲ ਇਸੇ ਗੱਲ ਤੋਂ ਝਗੜਾ ਹੁੰਦਾ। ਤੁਹਾਨੂੰ ਕਿਹਾ 2 ਕਿਲੋ ਗੋਸ਼ਤ ਲਿਆਇਆ ਕਰੋ, 1.5 ਕਿਲੋ ਤੇ ਮੇਰੀ ਬਿੱਲੀਆਂ ਨੇ ਖਾਣਾ ਹੁੰਦਾ। ਸਹੀ ਕਹਿ ਰਹੇ। ਉਹ ਖਾਵਤ ਕਹਿਣ ਡਿਆ ਹੁੰਦਾ ਬਿੱਲੀਆਂ ਤੇਰੀਆਂ ਤਗੜੀਆਂ ਹੁੰਦੀਆਂ ਜਾਂਦੀਆਂ, ਮੈਂ ਮਾੜਾ ਹੁੰਦਾ ਜਾਣਾ। ਬਾਜੀ ਨੂੰ ਬਿੱਲੀਆਂ ਨਾਲ ਤੇ ਇੰਨਾ ਪਿਆਰ ਹੈ, ਬਿੱਲੀਆਂ ਕਮਰੇ 'ਚ ਸੌਂਦੀਆਂ, ਸਾਡੇ ਭਾਈ ਨੇ ਗਲੀ 'ਚ ਸੁੱਤੇ ਹੁੰਦੇ। 2-3 ਵਾਰੀ ਤੇ ਭਾਈ ਨੇ ਗੋਸ਼ਤ ਖਾਣ ਦੇ ਚੱਕਰ 'ਚ ਇਹ ਵੀ ਕਿਹਾ ਮਿਆਉ ਮਿਆਉ। एक बारी पाइन ने क्या यू हेट मी कहते ने सही कह रहे हो, सही कह रहे हो। ਇੱਕ ਦਿਨ ਸਿਰਫ ਭਾਈ ਨੇ ਬਾਜੀ ਨੂੰ ਗੁੱਸੇ ਨਾਲ ਵੇਖਿਆ, ਫਿਰ ਬਾਜੀ ਤੇ ਬਾਜੀ ਦੀਆਂ ਬਿੱਲੀਆਂ ਰਲ ਕੇ ਭਾਈ ਨੂੰ ਪੈ ਗਈਆਂ। ਭਾਈ ਡਾਕਟਰ ਨੂੰ ਕਹਿ ਰਹੇ ਸਨ, ਓ ਯਾਰ ਬੁੱਝ, ਮੈਨੂੰ ਨਹੀਂ ਪਤਾ ਚ ਬਿੱਲੀਆਂ ਦੀ ਨੌਂਦਰਾਂ ਕਿਹੜੀਆਂ ਤੇ ਮੇਰੀ ਬੀਵੀ ਦੀਆਂ ਕਿਹੜੀਆਂ ਨੇ। ये भी सही है। जी जरा ढंग से सुनिएगा। अब बसंत पर भी यू टर्न। आप खा लो। की खा लो। अब बसंत पर भी पतंगबाजी बहुत बुरी बात है। अब बसंत पर भी यू टर्न। छत पे से आपका पाँव फिसल जाएगा। अल्लाह ना करे बाजी की कह रहे हो। बसंत अब बसंत पे भी यू टर्न। अब बसंत पतंगबाजी को ध्यान से करना। हाँ, कहीं पीछे ना गिर जाना। पतंगबाजी ध्यान से करना। अब बसंत पर भी यू टर्न। आप पतंगबाजी मेरे पास आकर करें। अब बसंत पर भी यू टर्न। आप मेरी डोर को कैच करें। ਇਹੋ ਜੀ ਬਾਜੀ ਸੁਬਾ ਨਾ ਖਾਵਨ ਨੂੰ ਸੋਟੀਆਂ ਮਾਰਦੀ, ਚੱਲ ਪਤੰਗਾ ਲੁੱਟ ਕੇ ਲਿਆ ਸਾਡੀ। अब बसंत पे पर भी यू टर्न। मैं पतंग उड़ाती हूँ तो मेरी डोरी इकट्ठी करो। यू टर्न। अब बसंत पर भी यू टर्न। आप मेरी गुड्डी को मेरे पास ले आओ। अब तो बाजी तू ही उड़ के उठे चली जा। अब बसंत पर भी यू टर्न। आप मेरी गुड्डी को इस साइड पे ले जाओ। इस साइड नहीं, इस इस साइड पे ले जाओ। थोड़ी देर के बाद आप देख रहे हैं सियासी थिएटर। वेलकम बैक नाजरीन, प्रोग्राम में दोबारा हाजिर खिदमत है माहम रहमान साहिबा। क्या है नाजरीन के लिए सेगमेंट में? शाजी अब बारी है हमारे बहुत ही इंटरेस्टिंग एंड वन ऑफ माय मोस्ट फेवरेट सेगमेंट, कहावतें जो जिंदगी बदल देगी। और आज जो हम अपने व्यूअर्स के लिए कहावत लेकर आए हैं वो बहुत ही मुनफरिद है और उससे जुड़ी हुई जो कहानी है वो बहुत ही दिलचस्प है। जी, बहुत ही इंटरेस्टिंग कहानी है जो आज की कहावत से जुड़ी है। आज की कहावत ने बुनियादी तौर पर जिस कहानी से, जिस वाक़े से, जिस हिकायत से जन्म लिया है वो सुनने से ताल्लुक रखती है। ਸਾਨੂੰ ਪੂਰਾ ਯਕੀਨ ਹੈ ਜਨਾਬ, ਤੁਹਾਡੇ ਤੋਂ ਅੱਛੀ ਕਹਾਣੀ ਕੋ ਕਿਸੇ ਨੂੰ ਪਾ ਹੀ ਨਹੀਂ ਸਕਦਾ। ਮਾਸ਼ਾਅੱਲਾ, ਜਿੱਦਾਂ ਤੁਸੀਂ ਹੱਸਦੇ ਲੱਗਦਾ ਵੱਡਾ ਪਤਾਸਾ ਹੱਸਦਾ। ਆਇਆ ਮੇਰਾ ਮਾਸੂਮ ਖਰਗੋਸ਼। अच्छा, ये आपने जुगत बराए जुगत लगा दी, ये वाकई आप ऐसा महसूस करते हैं? हाँ जी। मैं आज से जिम जाना शुरू कर रहा हूँ। नहीं, तुम जिम ना जाओ, तुम जिम छिक्का करेगा और सही हो जाओगे। तो आज की कहावत है जिसकी कहानी इंतहाई दिलचस्प है। पड़ा पारस और बेचे तेल, ये देखें कुदरत के खेल। ओहो, ये कहावत ते सरदार साहब दे अब्बा जी ने कढ़ी सी। ये पड़ा पारस और बेचे तेल वाली? हाँ जी। वो कैसे? उन्होंने इन्होंने ब्यूटी सलोन पा के दिता सी, कहंदे नहीं अब्बा जी मैं मालशी ही बनना। शाजी सिर्फ एक कहावत नहीं कि पड़ा पारस और बेचे तेल, ये देखो कुदरत के खेल। इस गजल दे अगे ही बड़े शेर ने जी। गजल का इससे क्या ताल्लुक आ गया? मैं साबित कर सकता जी। कीजिए जी। छोटा बड़ा दोनों जेल, ये देखो कुदरत के खेल। अच्छा जी, कहावत की तरफ और फिर उससे जुड़ी कहानी की तरफ बढ़ते हैं। पड़ा पारस और बेचे तेल, ये देखो कुदरत के खेल। वाह वाह। शाजी, ये कहावत तो यूं नहीं थी कि पड़े फारसी बेचे तेल। अच्छा रुखसाना, आपने बड़ी इंटरेस्टिंग बात की। वक्त कम था लेकिन चले मैं इस पे भी थोड़ी सी
روشنی ڈال دیتا ہوں کہ جب ہم تحقیق کرتے ہیں تو یہ دو مختلف طرح کی کہاوتیں جو ہیں وہ سامنے آتی ہیں. ایک آتی ہے کہ پڑا پارس اور بیچے تیل، یہ دیکھو قدرت کے کھیل. اور ایک کہاوت سامنے آتی ہے کہ پڑھے فارسی بیچے تیل. جب تحقیق کریں تو پتہ لگتا ہے، اور اگین اس میں بھی محققین کا آپس میں اختلاف ہے، کچھ کی کچھ رائے ہے، کچھ کی کچھ رائے. ہم دونوں رائے آپ کے ساتھ شیئر کر لیتے ہیں. کچھ کا یہ کہنا ہے کہ اوریجنلی پہلے اسی کہاوت نے جنم لیا تھا کہ پڑا پارس اور بیچے تیل، یہ دیکھو قدرت کے کھیل. پھر نوی گورنمنٹ نے آ کے کیا کہ نون لیگ دیاں ساریاں کہاوتاں غلط نے، جو اسی دس رہے ہیں اے کہاوت ٹھیک ہے. اچھا تو کہا جاتا ہے، مختلف لوگوں کے مختلف رائے ہے. ایک رائے یہ بھی ہے کہ اوریجنلی یہ کہاوت جو تھی کسی سننے والے نے غلط سن لی، اور اس نے ایسے سمجھا کہ پڑھے فارسی اور بیچے تیل، پڑھے فارسی اور بیچے تیل، یہ دیکھو قدرت کے کھیل. اب ہوا یہ کہ جس زمانے میں اس کہاوت نے جنم لیا، اس زمانے میں اس خطے میں فارسی کا عروج تھا. دفتری زبان بھی فارسی تھی، عمرا کی زبان بھی فارسی تھی، اشرافیہ کی زبان بھی فارسی تھی. تو فارسی بولنا جو ہے، فارسی لکھنا، فارسی بولنا، فارسی میں گفتگو کرنا جو ہے وہ قابل فخر سمجھا جاتا تھا. ہاں جی، جویں اج کل اشرافیہ دے وچ کرپشن کرنا فخر سمجھا جاتا یار یہ ٹھیک کہہ رہا ہے، یہ عجیب المیہ ہے اور یہ بالکل صحیح کہہ رہا ہے. اشرافیہ کے کچھ لوگ جو جنون اشرافیہ اس ملک کی جو ہے، مجھے بھی ایک بار ان کی دعوت میں غریب بھی کہیں شامل تھا. اشرافیہ کی محفل شاہ جی انج بیٹھے گونگی دا مگیتر بیٹھا. اب میرا کیا لینا دینا وہاں، لیکن بہرحال میں بھی مدعو تھا. تو وہ آپس میں جو گفتگو ہو رہی تو چھیڑ چھاڑ کے دوران ایک نے دوسرے سے کہا کہ یار اگر تمہارا پیناما لیکس میں نام نہیں ہے تو یو آر نو بڈی. گو کہ یہ ہنسی مذاق میں بات ہو رہی تھی، مگر ان کے اندر کہیں ہے یہ ضرور کہ if you are not in Panama Leaks, if you are not in Wiki Leaks، اس کا مطلب ہے you are nobody. لیکن اگر وکی لیکس میں آپ کا نام آیا ہے، پیناما لیکس میں آپ کا نام آیا ہے، اس کا مطلب ہے کہ آپ ایک خاص سطح سے اوپر کی آسامی ہے، یہ ایک خاص سطح سے اوپر کی طاقت رکھتے ہیں. رہ گئی بدنامی تو بھائی غریب آدمی کے لیے جو بات باعث شرم ہوتی ہے، اشرافیہ کے لیے بعض اوقات وہی حرکت قابل فخر ہوتی ہے. ہائے 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 ہائے. شاید یہ اشرافیہ دی محفلیں تے گفتگو ہی بڑی عجیب ہوندی. یہ جو کنگ پرانز ہے نا، یہ صرف پیناما لیکس والوں کے لیے. ہاں کیونکہ وہ بہت پران مائنڈڈ ہوتے ہیں. لوگ یہ جو نارویجین پنک سیلمن ہے، یہ صرف وکی لیکس والوں کے لیے. اچھا تو ہم کہاوت کی طرف آتے ہیں. تو فارسی بولنا اس عہد میں فخر کی علامت تھا، اشرافیہ کی زبان تھی، دفتری زبان بھی تھی. تو کسی نے ایسے سمجھا ہوگا کہ پڑھے فارسی اور بیچے تیل، کوئی ایسا کام یا ایسا پیشہ جو اس زمانے میں قابل فخر نہیں سمجھا جاتا تھا. اچھا اب دلچسپ بات یہ ہے کہ چونکہ اس کی بھی ایک معنویت ہے اپنی، کوئی شخص جو بڑا قابل اپنے آپ کو سمجھتا ہے، یہ بہت ہی نفیس آدمی شمار ہوتا ہے. اگر وہ کوئی ایسا کام کرے گا جو عوام الناس میں یا اس سوسائٹی میں بہت اچھا نہیں سمجھا جاتا یا قابل عزت نہیں سمجھا جاتا، تو کہا جا سکتا ہے کہ بھی پڑھے فارسی اور بیچے تیل. تو چونکہ ایک معنویت تھی اس کہاوت میں بھی، تو یہ بھی مستعمل ہوگی. مگر محققین کا یہ کہنا ہے کہ اوریجنل کہاوت یہی ہے کہ پڑا پارس اور بیچے تیل، یہ دیکھو قدرت کے کھیل. واہ. تو کہاوت کا صحیح استعمال کیا ہے، اس سے جو جڑی ہوئی دلچسپ کہانی ہے جہاں سے یہ کہاوت نکلی ہے، وہ کہانی کیا ہے، اس کی طرف بڑھنے سے پہلے پارس کو سمجھنا جو ہے وہ بڑا ضروری ہے. پارس پتھر، جسے انگریزی میں فلاسفرز سٹون بھی کہتے ہیں، یہ خیالی پتھر ہے. اب تو اس میں کوئی دو رائے نہیں پائی جاتی. اب بھی کچھ احمق ایسے ہوتے ہوں گے، احمق کہہ لیں، معصوم کہہ لیں، میں تو لالچی بھی کہتا ہوں، جو یہ سمجھتے ہوں گے دنیا میں کہ کوئی ایسا پتھر ہوتا ہے کہ جس کو کسی بھی دھات سے یا کسی بھی دوسرے پتھر سے لگایا جائے تو وہ چیز سونا بن جاتی ہے. سو پارس پتھر کہتے ہی اس پتھر کو ہیں جو کسی بھی دوسری دھات سے لگایا جائے تو وہ دھات سونا بن جاتی ہے. یہ خیالی قسم کا پتھر ہے. اور جب آپ تحقیق کریں تو بہت ہی دلچسپ کہانیاں جو ہیں وہ سامنے آتی ہیں. اب تو جس بات پر ہم ہنس رہے ہیں اور اب ہم یہ سمجھتے ہیں کہ شاید ہر آدمی یہ سمجھتا ہوگا کہ پارس پتھر نام کی کوئی چیز دنیا میں موجود نہیں ہے، مگر ایک زمانے تک بڑے بڑے کیمیاگر، بڑے بڑے دانشور، بڑے بڑے بادشاہ، حکمران جو ہے ان کو پورا یقین تھا کہ پارس پتھر نامی کوئی شے ایگزسٹ کرتی ہے. اور اس کی تلاش کے لیے ایک بادشاہ نے تو باقاعدہ ایک کمیشن تشکیل دیا تھا. اور خود ہمارے بر صغیر میں، سب کانٹیننٹ میں پارس پتھر کے بارے میں کیا کیا رائے پائی جاتی تھی. لوگوں نے اپنی جوانیاں برباد کر دی پارس پتھر کی
तलाश में। तो शाह जी, बादशाह ने जो कमीशन तश्कील दिया था वो पारस पत्थर को नहीं ढूंढ सका। अच्छा, ये बड़ा ही दिलचस्प वाकया है। जैसे कि मैंने आपको बताया ना कि तारीख उठाकर देखें तो बहुत ही दिलचस्प वाकया है। और हेनरी शशम जो था उसने बाकायदा रियासती सतह पर कोशिश की कि किसी तरह से पारस पत्थर जो है वो उसके हाथ लग जाए। उसका अंजाम क्या हुआ ये मैं वापस आकर आपके साथ शेयर करूंगा। मगर हिंदुस्तान में तो बाकायदा कुछ लोग ऐसे थे जो पारस पत्थर से सोना बनाकर दिखा दिया करते थे। वाकई शाह जी, वो कैसे? ये मैं आपको बताऊंगा ब्रेक के बाद। नाज़रीन किरामी, कहीं नहीं जाइएगा, छोटे से वक्फे के बाद वापस आते हैं। शाह जी अभी बता दे, ब्रेक में लोग सोना बना लेंगे। 21वीं सदी आ गई है मगर पारस पत्थर अब भी कुछ लोगों के दिलों में बसता है। जिस जिसके दिल में पारस पत्थर से सोना बनाने की ख्वाहिश है वो ब्रेक के बाद आए। छोटे से वक्फे के बाद आप देख रहे हैं सियासी थिएटर। वेलकम बैक नाज़रीन, प्रोग्राम में दोबारा हाजिर खिदमत है। हमारा सेगमेंट चल रहा था कहावतें जो जिंदगी बदल दें, और आज जो कहावत हम डिस्कस कर रहे थे और उससे जुड़ी इंतहाई दिलचस्प कहानी जो हम डिस्कस कर रहे थे वो कहावत है पड़ा पारस और बेचे तेल। ये देखो कुदरत के खेल। जी, पंजवीं च भी कंपाड़ ते 10वीं च भी फेल, ये देखो कुदरत के खेल। अच्छा, मैं आपको बता रहा था ब्रेक से पहले कि पारस पत्थर जो कि ख्याली पत्थर है मगर एक जमाने तक और माजी करीब तक भी ये समझा जाता रहा कि ये एक ऐसा पत्थर है कि जिसको किसी भी शय से छू दिया जाए, किसी धात से छू दिया जाए तो वो सोना बन जाती है। और बड़े बड़े फलसफी, बड़े बड़े कीमियादान, बड़े बड़े बादशाह जो थे वो इस पर यकीन किया करते थे कि वाकई ऐसा कोई पत्थर पाया जाता है। पारस पत्थर दी वजह ना कई बुजुर्गों ने अपने पूरे पूरे खानदान को इज्जत कराई है जी। वो कैसे? एवं मशहूर करता कि ए ट्रंक वाल कोई ना वेखे जिन्हों मैं ताला लाया, ये पारस का पत्थर पिया जी। अच्छा, सारी जिंदगी इज्जत हुई को दादा जी को पारस का पत्थर है, बस जिदन लगना उधर सोना हो जाना। वो जो दादा मरिया, ट्रंक तोड़िया, उस पत्थर उत्ते लिखा सी मैं हूं रास्ते का पत्थर। अच्छा देखें, जब इसकी तहकीक करें तो बड़ी बड़ी दिलचस्प कहानियां जो हैं वो सामने आती हैं। ये सामने आती है कि ये बात कैसे फैल गई कि पारस पत्थर नामी कोई शय को पत्थर जो है वो पाया जाता है। तो आप यूं समझें कि इंसान के दिल में जब लालच पैदा हुई तो पारस पत्थर का ख्याल भी पैदा हुआ, या इंसान के दिल में जब शॉर्टकट का ख्याल पैदा हुआ तो साथ ही पारस पत्थर के तस्वुर ने भी जन्म लिया। क्योंकि पारस पत्थर क्या है? बुनियादी तौर पर एक शॉर्टकट ही है कि कोई ऐसी चीज, कोई ऐसा पत्थर, कोई ऐसा रास्ता, कोई ऐसा तरीका, कोई ऐसा नुस्खा हाथ लग जाए कि मेहनत ना करनी पड़े। जिन्हों से जुगाड़ कर ले। जुगाड़ में तो फिर कुछ ना कुछ आदमी जुगाड़ लगाता है ना, जहन लगाता है। मतलब पारस पत्थर तो ये है कि भाई आपके हाथ पत्थर लग गया, आपने इससे छू दिया और पता लगा जनाब कि ये सोना बन गया। अब इससे ज्यादा आसानी से कौन मालदार हो सकता है? सो दुनिया निकल खड़ी होती थी पारस पत्थर की तलाश में। आहो जी, सरदार साहब दे दादे दा भी बड़ा यकीन सी कि पारस पत्थर नाल सोना बनदा है। शाह जी 2 मकान बेच के ते एक पारस पत्थर खरीदिया उन्होंने। अच्छा, सोना तो बनया नहीं, घसा घसा के घर दे बर्तनां दी चांदी लाती जी उन्होंने। पर मेरा दादा बड़ा आइंस्टाइन टाइप आदमी सी, उन्होंने पैसे पूरे कीते भाजी उसे पत्थर नाल। पत्थर हथ फड़ के जेड़ा बंदा मिलदा सी, 500 इत्थे रखने ते पत्थर मार गया। अच्छा, आपके दादा क्या, मैं आपको बता रहा था कि हेनरी शशम जो था 1455 में उसने बाकायदा एक कमीशन तश्कील दिया, संजीदगी से एक एक्सपीडिशन जो है वो रवाना किया कि पारस पत्थर को जो है वो ढूंढ कर लाया जाए। चूंकि मौसूफ का ये ख्याल था कि अगर वो हाथ लग गया तो उससे बहुत सारे जो पहाड़ हैं पत्थर के उनको सोना बना लिया जाएगा और उसके बाद मुल्क का कर्जा उतारा जाएगा। आज था शाह जी, क्यों ਉਹ ਕਿਧਰੇ ਇਸ ਆਈਡੀਆ ਦਾ ਖਾਨ ਸਾਹਿਬ ਨੂੰ ਪਤਾ ਨਾ ਲੱਗ ਜੇ। ਸਰਦਾਰ ਸਾਹਿਬ ਅੱਛਾ ਖਾਨ ਸਾਹਿਬ ਨੂੰ ਪਤਾ ਚੱਲ ਜਾਏ, ਸਾਰੇ ਵਜ਼ੀਰਾਂ ਨੂੰ ਪਾਰਸ ਪੱਥਰ ਲੱਭਣ ਭੇਜ ਦੇਣਗੇ, ਪਿੱਛੇ ਮੁਲਕ ਸਵਰ ਜਾਏਗਾ। अच्छा जी, जहां लालच आता है और जहां शॉर्टकट आता है वहां पे जो शोबदाबाज होते हैं, जो नौसरबाज होते हैं, हमेशा उनकी चांदी हो जाती है। आप देखें ये 2 चीजें हैं, शॉर्टकट वाले आपको लोग जो हैं वो लुटते हुए नजर आएंगे, या जो लालची लोग जो हैं। एक तो होता है ना कि जेन्युइन ग्रोथ चाह रहे होते हैं आप अपनी मेहनत की बुनियाद पर, वो एक अलग
چیز ہے، وہ تو خوبصورتی ہے انسانی زندگی کی، مگر جہاں بیٹھے بٹھائے کچھ چاہ رہے ہوتے ہیں اور لالچ کا مظاہرہ کرتے ہیں وہاں سمجھیے کہ چاندی ہو گئی لوٹنے والوں کی۔ ہندوستان میں بھی اور برطانیہ وغیرہ میں بھی شعبدہ بازوں نے بھی اس سے بڑا فائدہ اٹھایا۔ وہ کیا کرتے تھے کہ کسی بھی گاؤں میں یہ افواہ اڑا دیتے تھے، یہ بات پھیلا دیتے تھے کہ بھئی فلاں شخص جو ہے وہ بڑی دور سے آیا ہے، پردیس سے آیا ہے اور اس کے پاس پارس پتھر ہے، قیمت بہت زیادہ ہے، لہٰذا اگر گاؤں والے مل کر اسے خرید لیں تو سارا گاؤں جو ہے وہ اس سے سونا بنانے میں کامیاب ہو جائے گا۔ اب ہوتا کیا تھا کہ دو طریقے اس کے ہوا کرتے تھے جب آپ تحقیق کریں۔ ایک تو یہ ہے کہ نوسر باز فراڈیے جو ہوا کرتے تھے وہ جس کو پارس پتھر کہتے تھے، بعض اوقات وہ سونے کی ڈلی سی ہوتی تھی۔ دو طریقے تھے اس کے، ایک یہ تھا کہ وہ سونے کی ایک ڈلی جو ہے وہ لوگوں کو دکھایا کرتے تھے، اور وہ سونے کی ڈلی نہیں ہوتی تھی، اس کے اوپر اصل میں مٹی چڑھی ہوتی تھی۔ مٹی کو ایک خاص پروسیس کے تحت ایسے کر دیتے تھے کہ پتھر نما وہ لگنے لگتا تھا، چٹان کا جیسے پتھر ہوتا ہے اس طرح کی اس کی شیپ ہو جاتی تھی۔ بس ایسا نہیں تھا کہ فوراً آپ مٹی ہاتھ سے جھاڑیں تو وہ بھربھرا کر ہٹ جائے، تو لوگوں کو یقین ہو جاتا تھا کہ یہ تو پتھر ہے، اور اس میں ایسے کیمیکلز ملا دیتے تھے کہ اس کو جب آگ میں ڈالا جاتا تھا تو کچھ دیر کے بعد وہ پتھر جو ہے وہ ختم ہو جاتا تھا اور نیچے سے سونا جو ہے، سونے کی ڈلی جو ہے وہ برآمد ہوتی تھی تھوڑا سا جھلسنے کے بعد۔ جو لوگ سادہ ہوتے تھے، سادہ بھی ہوتے تھے، اور پھر اگین وہی شارٹ کٹ اور لالچ، ان کو یقین آ جاتا تھا کہ یہ واقعی پارس پتھر نما کوئی شے ہے، اور اجتماعی طور پر اکٹھے کر کے لوگ پیسے دیا کرتے تھے۔ بعض اوقات انفرادی طور پر بھی لوگ لٹ جاتے تھے۔ آپ اندازہ کریں کہ کروڑہ روپیہ ایک ایک گاؤں سے اور بعض اوقات ایک ایک فرد سے جو دولت مند ہوا کرتے تھے، اس زمانے میں کروڑوں روپے نوسر بازوں نے، لٹیروں نے لوٹ لیے ہیں پارس پتھر کے نام پر۔ شاہ جی سردار صاحب دا چاچا بھی پارس پتھر ویچدا سی۔ اچھا، لوگوں نے کہندا پیسے دیو سونا بن جائے گا پارس پتھر دا۔ انہوں نے پیسے دے کے پتھر نو اگ لائی تو سارا مٹی بن گیا۔ پھر اگوں کہندا چائنا دا پارس پتھر سی، نہیں بنیا سونا، میں کی کراں؟ چارلی دا تایا بھی انج پتھر وکھا کے فراڈ کردا سی۔ ایک جگہ تے جا کے کہندا جی یہ پتھر اینو اگ لاواں سونا بن جائے گا، وہ پنڈ والے نے اس تو وڈا پتھر کڑ لیا، کہندے جے نہ بنیا تے یہی تیرے متھے چڑھنا۔ اچھا دیکھیں، بر صغیر میں تو یعنی کہ کئی دہائیاں بلکہ کئی 100 سال تک یعنی کہ ایک خاص وجہ سے بھی لوگ یہ سمجھتے رہے کہ پارس پتھر نامی کوئی چیز جو ہے وہ واقعی ہوتی ہے۔ اور ہوتا کیا ہے کہ کسی بھی واقعے کو، کسی بھی کوٹیشن کو اگر آپ کانٹیکسٹ سے ہٹ کر دیکھیں گے تو اس کے معنی کچھ کے کچھ ہو جائیں گے۔ مطلب جو بیرم خان کا جو بیٹا تھا عبد الرحیم خان خانہ، یعنی کہ جو شہنشاہ اکبر کے جو نورتن تھے ان میں سے ایک، ان کا ایک شعر ہے، وہ بھی بر صغیر میں لوگ باقاعدہ کوٹ کیا کرتے تھے اور یہ سمجھتے تھے کہ غالباً یہ شعر اس لیے کہا گیا ہے کہ عبد الرحیم خان خانہ اس بات پر یقین رکھتے تھے کہ پارس پتھر نامی کوئی چیز پائی جاتی ہے۔ اب وہ معاملہ کیا تھا وقت نہیں ہے وہ اس وقت میں بیان نہیں کر سکتا، مگر شعر بڑا کمال ہے وہ فارسی کا۔ ارشاد است آہن کے بپارس آشنا شد، آہن کے بپارس آشنا شد، آج منگل ہے کہ بدھ؟ آہن کے بپارس آشنا شد، فی الحال بصورت طلا شد۔ آہن کے بپارس آشنا شد، فی الحال بصورت طلا شد۔ اچھا، فی الحال کو ہم اب جس طرح سے مستعمل ہے وہ یہ ہے کہ فی الحال یعنی کہ اس وقت، حالانکہ اس کا ایکچول مطلب جو ہے وہ ہے کہ فوراً، فوراً، فی الحال، فوراً، فوری۔ آہن کے بپارس آشنا شد، کہ پارس کا پتھر جیسے ہی لوہے کو چھوتا ہے، آہن کے بپارس آشنا شد، فی الحال بصورت طلا شد۔ طلا کہتے ہیں سونے کو، ایکچولی توئے کے نیچے زیر ہے سونا، فی الحال بصورت طلا شد، کہ فوراً وہ سونا بن جاتا ہے، سونے میں تبدیل ہو جاتا ہے۔ شاہ جی یہ عبد الرحیم خان خانہ، مسافر خانہ تو چھوٹے نہیں سب۔ تو آپ جب ہسٹری میں جائیں تو باقاعدہ نوسر باز جو تھے وہ یہ شعر سنا کے لوگوں کو قائل کیا کرتے تھے کہ پارس پتھر جو ہے وہ واقعی پایا جاتا ہے۔ بہرحال ہم آتے ہیں کہاوت کے استعمال اور اس سے جڑی کہانی کی طرف۔ استعمال تقریباً واضح ہے کہ جب کسی شخص کے پاس کوئی بہت ہی قیمتی دولت ہو، قیمتی شے ہو، اور وہ اس سے آشنا نہ ہو، اسے خبر ہی نہ ہو کہ باری تعالیٰ نے، خداوند کریم نے، تقدیر نے، خالق کائنات نے اسے کیا عطا کیا ہے، وہ اس دولت سے بے خبر ہو۔ بس پھر شاہ جی انہوں گھر والی دس دینے کہ تسی وزیر اعظم ہو گئے۔ تو جب کوئی شخص جو شے اس کے پاس، کوئی انمول شے، قیمتی شے اس کے پاس ہو اور وہ اس سے بے خبر ہو، تو کہا جاتا ہے کہ پڑا پارس
اور بیچے تیل. اچھا کہانی جو ہے وہ بھی بڑی دلچسپ ہے. جب یہ سمجھا جاتا تھا کہ پارس پتھر جو ہے وہ واقعی کسی پتھر یا دھات کو سونے میں تبدیل کر سکتا ہے تو اس زمانے میں کوئی شخص کسی تیلی سے تیل لینے کے لیے گیا. اور یہ وہ زمانہ ہے جب لوہے کے باٹ جو تھے وزن کرنے کے لیے لوہے کے باٹ جو تھے ان کا رواج تھا. یہاں یہ ذہن میں رہے کہ اس زمانے میں تیل بیچنا جو ہے وہ کو بہت باعث فخر نہیں سمجھا جاتا تھا. وہ جو دکاندار تھا وہ روز باٹ لے جاتا تھا اور روز لے کے آتا تھا جو کہ مہنگے ہوا کرتے تھے اس زمانے میں. تو ایک دن وہ باٹ جو ہے وہ جس تھیلے میں لگ کے لایا اس میں ہلدی پڑی ہوئی تھی. سو وہ ہلدی جو ہے وہ ایک باٹ کے ارد گرد لگ گئی اور ایسا گمان ہونے لگا جیسے سونے کا رنگ چڑھا ہے, سونا نما کوئی شے ہے. تو کوئی دیہاتی اور سادہ سا آدمی گیا, اس زمانے میں بڑا چرچا تھا پارس پتھر کا, تو وہ یہ سمجھا کہ اس کے پاس یہ پارس پتھر پڑا ہے. کیونکہ دیکھیں نا کہ ترازو میں کوئی لوہے کے باٹی رکھے گا نا تو اگر کوئی سنہری سی چیز نظر آئے اور وہ زمانہ ہو جس زمانے کی ہم بات کر رہے ہیں تو فوراً اس کو کلک کیا کہ شاید یہ پارس پتھر اس کے ہاتھ لگ گیا ہے. تو اس نے کہا کہ پڑا پارس اور بیچے تیل, یہ دیکھو قدرت کے کھیل. جی وہاں سے کہتے ہیں کہ اس کہاوت نے جنم لیا. یہ پچھلے 2 گھنٹے تو یہ سادہ بندے دی مثال نے سنو پسایا. تیل بیچن والا کیڑا فلاسفر سی. بنیادی بات یہ ہے سردار صاحب کہ اگر آپ مس کیلکولیٹ کریں گے اور اگر آپ چاہے سائنس ہو, چاہے فلسفہ ہو, چاہے حکمران ہو, اگر آپ ٹھیک طریقے سے پہچان نہیں کریں گے اور اس کے پیچھے چل پڑیں گے تو پھر صدیاں برباد ہو جائیں گی. صدیاں ان مس کنسیپشنز کو ٹھیک کرنے میں, درست کرنے میں برباد ہو جایا کرتی ہیں جو سادے یا جاہل یا گمار یا جھوٹے یا مکار آدمی کی وجہ سے معاشرے کی رگوں میں سرایت کر جاتی ہیں. جہالت سے اللہ کی پناہ. اجازت دیجیے ناظرین گرامی, یہ تھا آج کا شو. اللہ حافظ.